ਹੈਲੋ ਫਰੈਂਡਸ, ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87। ਇਸ ਵੀਡੀਓ ਦੇ ਵਿੱਚ ਆਪਾਂ BCom ਸਮੈਸਟਰ 3rd ਉਸ ਦੀ ਗੱਲ ਕਰਨ ਜਾ ਰਹੇ ਹਾਂ। ਉਸ ਦੇ ਵਿੱਚ ਆਪਾਂ ਸ਼ਾਰਟ ਸਟੋਰੀ ਹੈ ਜਿਹੜੀ ਇੱਕ ਪੜ੍ਹੀ ਸੀ, ਦ ਆਂਟ ਐਂਡ ਦ ਗ੍ਰਾਸਹੋਪਰ, ਕੀੜੀ ਅਤੇ ਟਿੱਡੇ ਦੀ। ਸੋ ਜੇਕਰ ਤੁਸੀਂ ਨੇ ਉਹ ਜਿਹੜੀ ਸਟੋਰੀ ਹੈ ਨਹੀਂ ਸੁਣੀ, ਪੰਜਾਬੀ ਦੇ ਵਿੱਚ ਨਹੀਂ ਸਮਝੀ, ਤਾਂ ਸਭ ਤੋਂ ਪਹਿਲਾਂ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਉੱਥੇ ਸ਼ਾਰਟ ਸਟੋਰੀ ਨਾਂ ਦੀ ਪਲੇਲਿਸਟ ਹੈ ਜਿਹੜੀ ਉਹ ਬਣੀ ਹੋਈ ਹੈ, ਉਸ ਦੇ ਵਿੱਚ ਜਾ ਕੇ ਇਹ ਸਟੋਰੀ ਹੈ ਜਿਹੜੀ ਉੱਥੇ ਪੰਜਾਬੀ ਦੇ ਵਿੱਚ ਚੰਗੀ ਤਰ੍ਹਾਂ ਸਮਝ ਸਕਦੇ ਹੋ। ਸੋ ਅੱਗੇ ਦੇਖੋ, ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਬ੍ਰਿੰਗ ਆਊਟ ਦ ਥੀਮ ਆਫ ਦ ਸਟੋਰੀ ਦ ਆਂਟ ਐਂਡ ਦ ਗ੍ਰਾਸਹੋਪਰ। ਇਸ ਸਟੋਰੀ ਦੀ ਜਿਹੜੀ ਥੀਮ ਹੈ ਉਸ ਬਾਰੇ ਗੱਲ ਕਰਾਂਗੇ ਆਪਾਂ। ਥੀਮ ਦੇਖਦੇ ਹਾਂ, ਥੀਮ ਕਰਦੇ ਹਾਂ। ਸੋ ਦੇਖੋ, ਸਟਾਰਟ ਕਰਦੇ ਹਾਂ। ਦ ਸਟੋਰੀ ਦ ਆਂਟ ਐਂਡ ਦ ਗ੍ਰਾਸਹੋਪਰ is based on the theme that common belief that hard work is rewarded and idleness punished is false। ਇਸ ਸਟੋਰੀ ਦੀ ਜਿਹੜੀ ਥੀਮ ਹੈ ਮੇਨ, ਉਹ ਇਹ ਹੈ ਕਿ ਇਸ ਦੇ ਵਿੱਚ ਆਪਾਂ ਨੂੰ ਜਿਹੜੀ ਕੋਮਨ ਆਪਾਂ ਇੱਕ ਕਹਾਵਤ ਹੈ ਜਿਹੜੀ ਆਪਣੀ ਸੰਸਾਰ ਦੇ ਵਿੱਚ ਲਾ ਲਓ ਜਾਂ ਫਿਰ ਕਹਿ ਲਓ ਆਪਣੀ ਸੁਸਾਇਟੀ ਦੇ ਵਿੱਚ ਬੋਲੀ ਜਾਂਦੀ ਹੈ ਕਿ ਕੋਮਨ ਬਲੀਫ ਹੈ, ਜਿਹੜਾ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿਹੜਾ ਹਾਰਡ ਵਰਕ ਹੈ, ਕਿ ਜਦੋਂ ਕੋਈ ਸਖਤ ਮਿਹਨਤ ਕਰਦਾ ਹੈ ਉਸ ਨੂੰ ਰਿਵਾਰਡ ਮਿਲਦਾ ਹੈ, ਕਿ ਉਸ ਨੂੰ ਉਸ ਦੀ ਸਫਲਤਾ ਮਤਲਬ ਉਸ ਦਾ ਫਲ ਮਿਲਦਾ ਹੈ ਹਾਰਡ ਵਰਕ ਦਾ। ਅਤੇ ਜਿਹੜਾ ਆਈਡਲਨੈਸ ਹੈ, ਮਤਲਬ ਜੋ ਬਿਲਕੁਲ ਕੰਮ ਨਹੀਂ ਕਰਦਾ, ਵਿਹਲਾ ਹੁੰਦਾ, ਉਸ ਨੂੰ ਸਜ਼ਾ ਮਿਲਦੀ ਹੈ। ਇਹ ਚੀਜ਼ ਹੈ ਜਿਹੜੀ ਇਜ਼ ਫਾਲਸ, ਇਹ ਚੀਜ਼ ਗਲਤ ਦਿਖਾਈ ਗਈ ਹੈ ਇਸ ਸਟੋਰੀ ਦੇ ਵਿੱਚ, ਗਲਤ ਸਾਬਤ ਕੀਤੀ ਗਈ ਹੈ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਕਿ ਆਪਾਂ ਕਹਿੰਦੇ ਹੁੰਦੇ ਆ ਨਾ, ਜੋ ਹਾਰਡ ਵਰਕ ਕਰੂਗਾ ਉਹਨੂੰ ਸਫਲਤਾ ਮਿਲੂਗੀ, ਜਿਹੜਾ ਕੰਮ ਨਹੀਂ ਕਰੂਗਾ ਉਹਨੂੰ ਅਸਫਲਤਾ ਮਿਲੂਗੀ। ਮਤਲਬ ਇਸ ਸਟੋਰੀ ਦੇ ਵਿੱਚ ਜਿਹੜੀ ਇਹ ਕਹਾਵਤ ਹੈ ਇਸ ਨੂੰ ਗਲਤ ਸਾਬਿਤ ਕੀਤਾ ਗਿਆ ਹੈਗਾ। ਦ ਰੀਅਲ ਲਾਈਫ ਇਜ਼ ਡਿਫਰੈਂਟ ਫਰੋਮ ਦ ਫੇਬਲ, ਜਿਹੜੀ ਕਹਿੰਦੇ ਰੀਅਲ ਲਾਈਫ ਹੈ ਉਹ ਕਹਾਵਤਾਂ ਤੋਂ ਅਲੱਗ ਹੈ, ਵੀ ਕਹਾਵਤਾਂ ਸੱਚ ਨਹੀਂ ਹੁੰਦੀਆਂ ਹਮੇਸ਼ਾ ਹੀ ਜ਼ਿੰਦਗੀ ਦੇ ਵਿੱਚ। ਆਫ ਦ ਆਂਟ ਐਂਡ ਦ ਗ੍ਰਾਸਹੋਪਰ, ਜਿਹੜੀ ਆਪਣੀ ਕਹਾਵਤ ਹੁੰਦੀ ਹੈ ਆਮ ਆਂਟ ਅਤੇ ਗ੍ਰਾਸਹੋਪਰ ਦੀ ਕਹਾਵਤ ਦਿੱਤੀ ਜਾਂਦੀ ਹੈ ਸੁਸਾਇਟੀ ਦੇ ਵਿੱਚ। ਜੇ ਕਿਸੇ ਨੂੰ ਨਹੀਂ ਪਤਾ, ਜਿਹੜੀ ਕੀੜੀ ਹੁੰਦੀ ਹੈ ਉਹ ਮਤਲਬ ਗਰਮੀਆਂ ਦੇ ਮਹੀਨੇ ਦੇ ਵਿੱਚ ਬਹੁਤ ਸਖਤ ਮਿਹਨਤ ਕਰਦੀ ਹੈ ਤਾਂ ਕਿ ਸਰਦੀਆਂ ਦੇ ਵਿੱਚ ਕੋਈ ਉਸ ਨੂੰ ਪਰੇਸ਼ਾਨੀ ਨਾ ਆਵੇ। ਪਰ ਜਿਹੜਾ ਗ੍ਰਾਸਹੋਪਰ ਹੁੰਦਾ ਟਿੱਡਾ, ਉਸ ਨੂੰ ਕੋਈ ਪਰਵਾਹ ਨਹੀਂ ਹੁੰਦੀ, ਉਹ ਗਰਮੀਆਂ ਦੇ ਵਿੱਚ ਵੀ ਐਵੇਂ ਫਿਰੀ ਜਾਂਦਾ ਵਿਹਲੜ, ਅਤੇ ਸਰਦੀਆਂ ਦੇ ਵਿੱਚ ਬਾਅਦ ਦੇ ਵਿੱਚ ਕਹਿੰਦੇ ਉਸ ਨੂੰ ਤਕਲੀਫ ਹੈ ਜਿਹੜੀ ਉਹ ਹੁੰਦੀ ਹੈ। ਸੋ ਇਸ ਲਈ ਇਹਨਾਂ ਦੀ ਕਹਾਵਤ ਇਨਸਾਨਾਂ 'ਤੇ ਲਾਗੂ ਕੀਤੀ ਜਾਂਦੀ ਹੈ ਸੁਸਾਇਟੀ ਦੇ ਵਿੱਚ, ਆਪਣੀ ਦੇ ਵਿੱਚ, ਕਿ ਤੁਸੀਂ ਕੀੜੀ ਵਾਂਗੂ ਮਿਹਨਤ ਕਰੋ ਤਾਂ ਤੁਹਾਨੂੰ ਸਫਲਤਾ ਦਾ ਰਾਹ ਮਿਲੂਗਾ, ਫਲ ਮਿਲੂ। ਜੇਕਰ ਟਿੱਡੇ ਦੀ ਤਰ੍ਹਾਂ ਵਿਹਲੇ ਰਹੋਗੇ ਤਾਂ ਕਹਿੰਦੇ ਅੱਗੇ ਜਾ ਕੇ ਤੁਹਾਨੂੰ ਔਖ ਹੋਊਗੀ। ਪਰ ਜਿਹੜਾ ਰਾਈਟਰ ਹੈ ਇਹ ਕਹਾਵਤ ਨੂੰ ਗਲਤ ਸਾਬਿਤ ਕਰਦਾ। ਇਨ ਵਿੱਚ ਵੀ ਆਰ ਟੋਲਡ ਦੈਟ ਹਾਊ ਆਂਟ, ਦੇਖੋ ਕੀੜੀ ਅਤੇ ਟਿੱਡੇ ਦੀ ਕਹਾਵਤ ਜਿਹਦੇ ਵਿੱਚ ਸਾਨੂੰ ਦੱਸਿਆ ਜਾਂਦਾ ਇਨ ਵਿੱਚ ਵੀ ਆਰ ਟੋਲਡ ਦੈਟ ਹਾਊ ਆਂਟ ਸਟੋਰਸ ਇਟਸ ਫੂਡ ਇਨ ਸਮਰ, ਕਿ ਜਿਹੜੀ ਕੀੜੀ ਹੈ ਉਹ ਸਮਰ ਦੇ ਮਹੀਨੇ ਦੇ ਵਿੱਚ, ਗਰਮੀਆਂ ਦੇ ਮਹੀਨੇ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਆਪਣਾ ਫੂਡ ਹੈ ਉਹ ਸਟੋਰ ਕਰਦੀ ਹੈ। ਸੋ ਦੈਟ ਦੇਅਰ ਇਜ਼ ਨੋ ਪ੍ਰੋਬਲਮ ਇਨ ਵਿੰਟਰ, ਤਾਂ ਕਿ ਸਰਦੀਆਂ ਦੇ ਵਿੱਚ ਉਸ ਨੂੰ ਕੋਈ ਪਰੇਸ਼ਾਨੀ ਨਾ ਆਵੇ। ਬਟ ਔਨ ਦ ਅਦਰ ਹੈਂਡ ਦ ਗ੍ਰਾਸਹੋਪਰ, ਜਿਹੜਾ ਟਿੱਡਾ ਹੁੰਦਾ ਸਿੰਗਸ ਇਨ ਦ ਸਮਰ, ਉਹ ਮਤਲਬ ਗਰਮੀਆਂ ਦੇ ਵਿੱਚ ਕਹਿੰਦੇ ਗੀਤ ਗਾਉਂਦਾ ਫਿਰੀ ਜਾਂਦਾ, ਐਂਡ ਸਫਰਸ ਇਨ ਦ ਵਿੰਟਰ, ਅਤੇ ਜਦੋਂ ਸਰਦੀਆਂ ਦਾ ਮੌਸਮ ਆਉਂਦਾ ਖਾਣਾ ਵਗੈਰਾ ਨਹੀਂ ਮਿਲਦਾ ਤਾਂ ਉਦੋਂ ਉਸ ਨੂੰ ਕੀ ਹੈ ਸਫਰ ਕਰਨਾ ਪੈਂਦਾ, ਦੁੱਖ ਦੇਖਣਾ ਪੈਂਦਾ। ਇਸੇ ਤਰ੍ਹਾਂ ਕਹਿੰਦੇ ਇਨਸਾਨਾਂ ਲਈ ਵੀ ਹੁੰਦਾ ਵੀ ਜੇਕਰ ਪਹਿਲਾਂ ਮਿਹਨਤ ਕਰੋਗੇ ਤਾਂ ਬਾਅਦ ਦੇ ਵਿੱਚ ਸੁਖੀ ਰਹੋਗੇ, ਜੇਕਰ ਪਹਿਲਾਂ ਮਿਹਨਤ ਨਹੀਂ ਕਰੋਗੇ ਤਾਂ ਬਾਅਦ ਦੇ ਵਿੱਚ ਤੁਹਾਨੂੰ ਔਖਾ ਹੋਵੇਗਾ। ਪਰ ਜਿਹੜਾ ਰਾਈਟਰ ਹੈ ਉਹ ਇਸ ਚੀਜ਼ ਨਾਲ ਸਹਿਮਤ ਨਹੀਂ ਹੈਗਾ, ਉਹ ਇਸ ਕਹਾਵਤ ਨੂੰ ਗਲਤ ਸਾਬਿਤ ਕਰਦਾ ਹੈ। ਬਟ ਇਨ ਰੀਅਲ ਲਾਈਫ ਯੂ ਡੋਂਟ ਸੀ ਐਨੀਥਿੰਗ ਲਾਈਕ ਦੈਟ, ਦੇਖੋ ਰਾਈਟਰ ਕਹਿੰਦਾ ਪਰ ਰੀਅਲ ਲਾਈਫ ਦੇ ਵਿੱਚ ਕਹਿੰਦਾ ਇਹੋ ਜਿਹਾ ਕੁਝ ਵੀ ਨਹੀਂ ਹੁੰਦਾ, ਮਤਲਬ ਜਿਸ ਤਰ੍ਹਾਂ ਦੀ ਕਹਾਵਤ ਦੇ ਵਿੱਚ ਦੱਸਿਆ ਜਾਂਦਾ। ਦ ਆਥਰ ਟੈਲਸ ਅਸ ਦ ਸਟੋਰੀ ਆਫ ਟੂ ਬ੍ਰਦਰਸ, ਜਿਹੜਾ ਰਾਈਟਰ ਆਪਾਂ ਨੂੰ ਦੋ ਭਰਾਵਾਂ ਦੀ ਇੱਕ ਸਟੋਰੀ ਸੁਣਾ ਕੇ ਇਹ ਚੀਜ਼ ਸਾਬਿਤ ਕਰਦਾ ਹੈ। ਜਾਰਜ ਐਂਡ ਟੌਮ, ਦੋ ਭਰਾ ਨੇ ਜਾਰਜ ਅਤੇ ਟੌਮ ਨਾਂ ਦੇ। ਟੂ ਪ੍ਰੂਵ ਹਿਜ਼ ਪੁਆਇੰਟ, ਆਪਣੇ ਪੁਆਇੰਟ ਨੂੰ ਪ੍ਰੂਵ ਕਰਨ ਦੇ ਲਈ ਇਹਨਾਂ ਦੋ ਭਰਾਵਾਂ ਦੀ ਸਟੋਰੀ ਆਪਾਂ ਨੂੰ ਸੁਣਾਉਂਦਾ ਹੈ। ਜਾਰਜ ਇਜ਼ ਹਾਰਡ ਵਰਕਿੰਗ ਵਾਈਜ਼ ਐਂਡ ਪੰਕਚੁਅਲ, ਜਿਹੜਾ ਜਾਰਜ ਹੈ ਉਹ ਬਹੁਤ ਜ਼ਿਆਦਾ ਹਾਰਡ ਵਰਕਰ ਹੈ, ਮਤਲਬ ਹਾਰਡ ਵਰਕਿੰਗ ਕਰਦਾ ਹੈ, ਵਾਈਜ਼ ਹੈ, ਸਿਆਣਾ ਹੈ, ਅਤੇ ਪੰਕਚੁਅਲ ਹੈ, ਪਾਬੰਦ ਹੈ ਟਾਈਮ ਦਾ। ਹੀ ਸੇਵਸ 1/3 ਆਫ ਹਿਜ਼ ਅਰਨਿੰਗ ਫਾਰ ਦ ਓਲਡ ਏਜ, ਉਹ ਆਪਣੀ ਜਿਹੜੀ ਕਮਾਈ ਹੈ ਜਿੰਨੀ ਕਰਦਾ ਉਸ ਦਾ 1/3 ਹਿੱਸਾ ਜਿਹੜਾ ਉਹ ਬਚਾਉਂਦਾ ਹੈਗਾ ਹਰ ਮਹੀਨੇ, ਤਾਂ ਕਿ ਓਲਡ ਏਜ ਦੇ ਵਿੱਚ ਕੰਮ ਆ ਸਕੇ। ਹੀ ਲਿਵਸ ਹਿਜ਼ ਲਾਈਫ ਇਨ ਡਿਸਿਪਲਿਨ, ਆਪਣੀ ਜਿਹੜੀ ਜ਼ਿੰਦਗੀ ਹੈ ਪੂਰੇ ਡਿਸਿਪਲਿਨ ਦੇ ਨਾਲ ਜਿਉਂਦਾ ਉਹ। ਬਟ ਔਨ ਦ ਅਦਰ ਹੈਂਡ, ਪਰ ਦੂਸਰੀ ਤਰਫ ਹਿਜ਼ ਯੰਗਰ ਬ੍ਰਦਰ ਟੌਮ, ਪਰ ਜਿਹੜਾ ਉਹਦਾ ਭਰਾ ਹੈ ਛੋਟਾ ਟੌਮ, ਇਜ਼ ਕੰਪਲੀਟਲੀ ਆਈਡਲ, ਉਹ ਬਿਲਕੁਲ ਹੀ ਵਿਹਲਾ ਹੈ। ਹੀ ਜਸਟ ਵਾਂਟਸ ਟੂ ਇੰਜੋਏ ਲਾਈਫ ਵਿਦਾਊਟ ਵਰਕਿੰਗ, ਉਹ ਸਿਰਫ ਬਿਨਾਂ ਕੰਮ ਕਰੇ ਜ਼ਿੰਦਗੀ ਨੂੰ ਇੰਜੋਏ ਕਰਨਾ ਚਾਹੁੰਦਾ ਹੈ।
ਹੀ ਨੈਵਰ ਸੇਵਸ ਮਨੀ, ਉਹ ਪੈਸਾ ਜਿਹੜਾ ਉਹ ਸੇਵ ਨਹੀਂ ਕਰਦਾ ਬਿਲਕੁਲ ਵੀ। ਇਨ ਦ ਸਟੋਰੀ ਜॉर्ज ਇਜ਼ ਕੰਪੇਅਰਡ ਟੂ ਆਂਟ, ਇਹ ਸਟੋਰੀ ਦੇ ਵਿੱਚ ਜਿਹੜਾ ਜॉर्ज ਹੈ ਦੇਖੋ ਉਹ ਆਂਟ ਨਾਲ ਕੰਪੇਅਰ ਕੀਤਾ ਗਿਆ ਕਿ ਆਂਟ ਜਿਸ ਤਰ੍ਹਾਂ ਮਿਹਨਤ ਕਰਦੀ ਹੈ। ਐਂਡ ਟੌਮ ਇਜ਼ ਕੰਪੇਅਰਡ ਟੂ ਗ੍ਰਾਸਹੋਪਰ, ਅਤੇ ਜਿਹੜਾ ਟੌਮ ਹੈ ਉਹ ਗ੍ਰਾਸਹੋਪਰ ਦੇ ਨਾਲ ਕੰਪੇਅਰ ਉਸ ਦਾ ਕੀਤਾ ਗਿਆ ਕਿ ਬਿਲਕੁਲ ਜਿਹੜਾ ਵਿਹਲਾ ਫਿਰਦਾ ਰਹਿੰਦਾ। ਬਟ ਐਟ ਦ ਐਂਡ ਆਫ ਦ ਸਟੋਰੀ, ਪਰ ਸਟੋਰੀ ਦੇ ਆਖਿਰ ਦੇ ਵਿੱਚ ਵੀ ਸੀ ਦੈਟ ਟੌਮ ਹੈਜ਼ ਮੋਰ ਮਨੀ ਦੈਨ ਜॉर्ज, ਪਰ ਅਸੀਂ ਸਟੋਰੀ ਦੇ ਐਂਡ ਦੇ ਵਿੱਚ ਕੀ ਦੇਖਦੇ ਹਾਂ, ਜਿਹੜਾ ਟੌਮ ਹੈ ਉਸ ਕੋਲ ਜॉर्ज ਤੋਂ ਜ਼ਿਆਦਾ ਪੈਸਾ ਹੈ, ਜਦਕਿ ਉਹ ਬਿਲਕੁਲ ਵਿਹਲਾ ਸੀਗਾ, ਹੈ ਨਾ। ਦੈਟ ਇਜ਼ ਵਾਈ ਦ ਆਥਰ disproves the common belief that hard work is rewarded and idleness is punished। ਇਸੇ ਲਈ ਕਹਿੰਦਾ ਜਿਹੜਾ ਰਾਈਟਰ ਹੈ, ਜਿਹੜਾ ਆਥਰ ਹੈ, ਉਹ ਇਸ ਕਹਾਵਤ ਨੂੰ ਗਲਤ ਸਾਬਤ ਕਰਦਾ ਹੈ ਕਿ ਜਿਹੜੀ ਹਾਰਡ ਵਰਕ ਹੈ ਜਿਹੜਾ ਉਹ ਆਪਾਂ ਨੂੰ ਉਹ ਦਿੰਦਾ, ਰਿਵਾਰਡ ਦਿੰਦਾ ਕਿ ਆਪਾਂ ਨੂੰ ਸਫਲ ਕਰਾਉਂਦਾ, ਅਤੇ ਜਿਹੜਾ ਆਈਡਲਨੈਸ ਹੈ ਉਹ ਆਪਾਂ ਨੂੰ ਪਨਿਸ਼ਮੈਂਟ ਦਿੰਦਾ, ਆਪਾਂ ਨੂੰ ਸਜ਼ਾ ਦਿੰਦਾ। ਇਸ ਜਿਹੜੀ ਗੱਲ ਨੂੰ ਰਾਈਟਰ ਹੈ ਜਿਹੜਾ ਉਹ ਗਲਤ ਸਾਬਤ ਕਰਦਾ ਇਸ ਸਟੋਰੀ ਦੇ ਮਾਧਿਅਮ ਨਾਲ, ਕਿਉਂਕਿ ਟੌਮ ਬਿਲਕੁਲ ਕੰਮ ਨਹੀਂ ਕਰਦਾ ਸੀ, ਪਰ ਫਿਰ ਵੀ ਆਖਿਰ ਦੇ ਵਿੱਚ ਟੌਮ ਕੋਲ ਜॉर्ज ਨਾਲੋਂ ਜ਼ਿਆਦਾ ਪੈਸਾ ਸੀ। ਇਹ ਪੈਸਾ ਉਸ ਕੋਲ ਕਿਵੇਂ ਆਇਆ, ਹੈ ਨਾ, ਕਿਹੜੇ ਤਰੀਕੇ ਨਾਲ ਆਇਆ, ਜॉर्ज ਕੋਲ ਕਿਉਂ ਘੱਟ ਸੀ, ਇਹ ਪੂਰੀ ਸਟੋਰੀ ਜਾਣਨ ਦੇ ਲਈ ਤੁਹਾਨੂੰ ਪਲੇਲਿਸਟ ਦੇ ਵਿੱਚ ਜਾ ਕੇ ਉੱਥੇ ਜਿਹੜੀ ਸਟੋਰੀ ਇਹ ਪੂਰੀ ਸੁਣਨੀ ਪਊਗੀ। ਬਹੁਤ ਹੀ ਇੰਟਰਸਟਿੰਗ ਸਟੋਰੀ ਹੈ, ਇੱਕ ਵਾਰ ਜ਼ਰੂਰ ਸੁਣੋ, ਲੈਸਨ ਮਿਲਦਾ ਬਹੁਤ ਵੱਡਾ ਇਸ ਸਟੋਰੀ ਦੇ ਉੱਪਰੋਂ। ਕਰੈਕਟਰ ਸਕੈਚ ਆਫ ਜॉर्ज ਔਰ ਕਰੈਕਟਰ ਸਕੈਚ ਆਫ ਜਿਹੜਾ ਟੌਮ ਹੈ ਉਹ ਵੀ ਆਪਾਂ ਇੱਕ ਵੀਡੀਓ ਦੇ ਵਿੱਚ ਹੀ ਆਪਾਂ ਦੋਨੋਂ ਹੀ ਜਿਹੜੇ ਇਹ ਕਰੈਕਟਰ ਨੇ ਕਰਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਦੇਖੋ ਕਰੈਕਟਰ ਸਕੈਚ ਆਫ ਜॉर्ज। ਸੋ ਦੇਖੋ ਸ਼ੁਰੂ ਕਰਦੇ ਹਾਂ। ਜॉर्ज ਇਜ਼ ਦ ਇਲਡਰ ਬ੍ਰਦਰ ਆਫ ਟੌਮ ਇਨ ਦ ਸਟੋਰੀ ਦ ਆਂਟ ਐਂਡ ਦ ਗ੍ਰਾਸਹੋਪਰ। ਜਿਹੜਾ ਜॉर्ज ਹੈ ਵੱਡਾ ਭਰਾ ਹੈ ਟੌਮ ਦਾ ਇਸ ਸਟੋਰੀ ਦੇ ਵਿੱਚ। ਹੀ ਬਿਲੋਂਗਸ ਟੂ ਅ ਗੁੱਡ ਫੈਮਿਲੀ, ਵਧੀਆ ਫੈਮਿਲੀ ਤੋਂ ਬਿਲੋਂਗ ਕਰਦਾ। ਹੀ ਇਜ਼ 1 ਈਅਰ ਓਲਡ ਦੈਨ ਟੌਮ, 1 ਸਾਲ ਵੱਡਾ ਉਹ ਟੌਮ ਤੋਂ। जॉर्ज इज़ हार्ड वर्किंग वाइज एंड पंक्चुअल लाइक एन आंट, आंट की तरह वो हार्ड वर्कर है, वाइज है और पंक्चुअल है, पाबंद है समय का। ही अराइव्स एट हिज ऑफिस ऑन टाइम एवरी डे, हर दिन मतलब अपने टाइम ते वो ऑफिस पहुँच जाता है। एंड वर्कस कंटिन्यूसली टिल 6 PM, और 6 बजे तक लगातार काम करता है। ही हैज़ नैवर टेकन मोर दैन 15 वोकेशनस, मतलब उसने 15 छुट्टियां तो वध कदे भी ਜਿਹੜੇ ਛੁੱਟੀਆਂ ਨੇ ਉਹ नहीं ਲਈਆਂ। इन अ ईयर, 1 साल ਦੇ ਵਿੱਚ। फॉर द लास्ट 25 ईयर, पिछले 25 ਸਾਲਾਂ ਤੋਂ 1 ਸਾਲ ਵਿੱਚ ਉਸਨੇ 15 ਛੁੱਟੀਆਂ ਤੋਂ ਵੱਧ ਨਹੀਂ ਲੈਤੀਆਂ ਕਦੇ ਵੀ। जॉर्ज इज़ अ गुड हसबैंड एंड अ गुड फादर, ਵਧੀਆ ਹਸਬੈਂਡ ਹੈ ਅਤੇ ਵਧੀਆ ਇੱਕ ਫਾਦਰ ਵੀ ਆ ਉਹ जॉर्ज। ही हैज़ 4 daughters, ਉਸ ਦੇ 4 ਲੜਕੀਆਂ ਨੇ। टू whom ही loves a lot, ਜਿਨ੍ਹਾਂ ਨੂੰ ਕਿ ਉਹ ਬਹੁਤ ਜ਼ਿਆਦਾ ਪਿਆਰ ਕਰਦਾ ਹੈ। ही is very responsible towards his family, और अपनी फैमिली के प्रति वो बहुत ही ज़्यादा रिस्पोंसिबल है, मतलब अपनी रिस्पोंसिबिलिटी है जी समझदा वो अपनी फैमिली के प्रति। जॉर्ज सेव्स 1/3 ऑफ हिज अर्निंग फॉर द ओल्ड एज, ਉਹ अपनी ओल्ड एज ਦੇ ਲਈ ਤਾਂ ਕਿ ਬੁਢਾਪੇ ਦੇ ਵਿੱਚ ਕੰਮ ਆਵੇ, ਜਿੰਨੀ ਉਹ ਕਮਾਈ ਕਰਦਾ ਹੈ ਉਸ ਦਾ 1/3 1/3 ਹਿੱਸਾ ਜਿਹੜਾ ਉਹ ਸੇਵ ਕਰਦਾ ਹੈ, ਬਚਾ ਕੇ ਰੱਖਦਾ ਹੈ। ही थिंक्स दैट वैन ही विल बी रिटायर्ड, क्योंकि वो सोचता है कि जदों वो रिटायर हो जाएगा, ही विल हैव फन विद हिज फैमिली, ਤਾਂ ਕਹਿੰਦਾ ਉਹ ਆਪਣੀ फैमिली ਦੇ ਨਾਲ फन शन ਜਿਹੜਾ ਉਹ ਕਰੇਗਾ, क्योंकि पैसे बचा के रखेगा तो बाद ਦੇ ਵਿੱਚ ਉਸਦੇ ਕੰਮ ਆਉਣਗੇ। ही होप्स टू सेव 30,000 pounds बिफोर रिटायरमेंट, ਉਸ ਨੂੰ ਉਮੀਦ ਹੈ ਕਿ ਉਹ 30 ਪਾਉਂਡਸ ਨੇ ਜਿਹੜੇ 30,000 ਪਾਉਂਡਸ ਨੇ ਜਿਹੜੇ 30,000 ਪਾਉਂਡ ਨੇ ਜਿਹੜੇ ਉਹ ਆਪਣੀ ਰਿਟਾਇਰਮੈਂਟ ਤੋਂ ਪਹਿਲਾਂ ਸੇਵ ਕਰ ਲਵੇਗਾ ਜਦੋਂ ਉਹ ਰਿਟਾਇਰ ਹੋਵੇਗਾ। ਬਟ ਜॉर्ज's ਡ੍ਰੀਮ ਡਜ਼ ਨਾਟ ਕਮ ਟਰੂ, ਪਰ ਜਿਹੜੇ ਜॉर्ज ਦਾ ਇਹ ਡ੍ਰੀਮ ਹੈ ਉਹ ਸਹੀ ਸਾਬਤ ਨਹੀਂ ਹੁੰਦਾ, ਟਰੂ ਨਹੀਂ ਹੁੰਦਾ। ਹਿਜ਼ ਬ੍ਰਦਰ ਟੌਮ ਮੇਕਸ ਹਿਮ ਇਮੋਸ਼ਨਲ ਐਂਡ ਐਕਸਪਲੋਇਟਸ ਹਿਜ਼ ਮਨੀ, ਪਰ ਜਿਹੜਾ ਉਸਦਾ ਭਰਾ ਹੈ ਟੌਮ ਉਹ ਉਸ ਨੂੰ ਮਤਲਬ ਇਮੋਸ਼ਨਲ ਕਰਦਾ ਹੈ, ਇੱਥੇ ਹਿਜ਼ ਦੀ ਜਗ੍ਹਾ ਹਿਮ ਕਰ ਲਿਓ, ਉਸ ਨੂੰ ਇਮੋਸ਼ਨਲ ਕਰਕੇ, ਕਿਉਂਕਿ ਛੋਟਾ ਭਰਾ ਹੈ ਉਸਦਾ ਅਤੇ ਇਹ ਆਪਣਾ ਵੱਡਾ ਹੈ ਜॉर्ज, ਉਸ ਨੂੰ ਇਮੋਸ਼ਨਲ ਕਰਕੇ ਉਸ ਦੀ ਜਿਹੜੀ ਪੈਸਾ ਹੈ ਉਸਦਾ ਮਨੀ ਹੈ ਉਹ ਉਸ ਨੂੰ ਲੁੱਟੀ ਜਾਂਦਾ। ਕਹਿਣ ਦਾ ਮਤਲਬ ਕਿ ਉਸ ਤੋਂ ਪੈਸੇ ਨੇ ਜਿਹੜੇ ਉਸ ਤੋਂ ਲੈ ਜਾਂਦਾ ਉਸ ਨੂੰ ਇਮੋਸ਼ਨਲ ਕਰਕੇ।
जॉर्ज हेल्प्स हिज ब्रदर इन द होप दैट वन डे ही विल गैट बैटर। ਉਹ ਇਸ ਉਮੀਦ ਦੇ ਵਿੱਚ ਜॉर्ज ਆਪਣੇ ਛੋਟੇ ਭਰਾ ਟੌਮ ਦੀ ਮਦਦ ਕਰੀ ਜਾਂਦਾ ਹੈ ਤੇ ਉਸ ਨੂੰ ਪੈਸੇ ਦੇਈ ਜਾਂਦਾ ਕਿ ਸ਼ਾਇਦ ਇੱਕ ਨਾ ਇੱਕ ਦਿਨ ਉਹ ਕੀ ਹੈ ਵਧੀਆ ਬਣ ਜਾਊਗਾ। ਬਿਕੋਜ਼ ਹੀ ਇਜ਼ ਅ ਰਿਸਪੈਕਟਡ ਲਾਇਰ, ਕਿਉਂਕਿ ਉਹ ਇੱਕ ਰਿਸਪੈਕਟਡ ਲਾਇਰ ਹੈ ਜਿਹੜਾ ਜॉर्ज ਹੈ। ਹੀ ਕਾਂਟ ਸੀ ਹਿਜ਼ ਬ੍ਰਦਰ ਡਰਾਈਵਿੰਗ ਅ ਟੈਕਸੀ, ਕਿਉਂਕਿ ਉਹ ਆਪਣੇ ਭਰਾ ਨੂੰ ਟੈਕਸੀ ਚਲਾਉਂਦਾ ਹੋਇਆ ਨਹੀਂ ਦੇਖ ਸਕਦਾ, ਕਿਉਂਕਿ ਟੌਮ ਹੈ ਜਿਹੜਾ ਉਹ ਸਟੋਰੀ ਦੇ ਵਿੱਚ ਜੇ ਤੁਸੀਂ ਪੂਰੀ ਪੜ੍ਹੋਗੇ ਤਾਂ ਤੁਹਾਨੂੰ ਪਤਾ ਚੱਲੂ ਟੈਕਸੀ ਚਲਾਉਣ ਲੱਗ ਜਾਂਦਾ ਹੈ। ਤਾਂ ਇਸ ਉੱਪਰ ਜॉर्ज ਨੂੰ ਸ਼ਰਮ ਆਉਂਦੀ ਹੈ ਤਾਂ ਉਹ ਆਪਣੇ ਭਰਾ ਨੂੰ ਕੀ ਹੈ ਪੈਸੇ ਦੇ ਦਿੰਦਾ ਕਿ ਉਸ ਨੂੰ ਪੈਸਿਆਂ ਦੀ ਲੋੜ ਹੈ, ਕਿਉਂਕਿ ਖੁਦ ਤਾਂ ਉਹ ਕੰਮ ਕਰਦਾ ਨਹੀਂ। ਸੋ ਹੀ ਕੀਪਸ ਹੈਲਪਿੰਗ ਹਿਜ਼ ਬ੍ਰਦਰ, ਇਸ ਲਈ ਆਪਣੇ ਭਰਾ ਦੀ ਕਹਿੰਦਾ ਉਹ ਹੈਲਪ ਕਰਦਾ ਰਹਿੰਦਾ ਹੈ। ਥਸ ਜॉर्ज ਹੂ ਇਜ਼ ਹਾਰਡ ਵਰਕਿੰਗ, ਇਸ ਤਰ੍ਹਾਂ ਕਹਿੰਦਾ ਜਿਹੜਾ ਜॉर्ज ਹੈ ਜਿਹੜਾ ਕਿ ਬਹੁਤ ਜ਼ਿਆਦਾ ਹਾਰਡ ਵਰਕਿੰਗ ਹੈ, ऑनेस्ट है, वाइज है एंड स्ट्रेट फॉरवर्ड है, इज़ अ विक्टिम ऑफ फेट इन लाइफ। इस तरह कहना विक्टिम ऑफ फेट, इस तरह कहना अपनी किस्मत का जिहड़ा वो मारिया हो जाता है एंड दे विच अपनी जिंदगी दे विच। कहने का मतलब कि वो पैसे जो सेव करना चाहता है वो जॉर्ज टॉम है जोड़ा वो टॉम उस तो लै जाता सी, इस करके वो तो सेव पैसा ज़्यादा नहीं होया तो वह की है उसनूं स्ट्रगल ही करना पिया सारी उम्र इन्नी ज़्यादा सख्त मेहनत करने के भी बावजूद। सो ये सीगा करैक्टर स्कैच ऑफ जॉर्ज। सो इस वीडियो के विच आपां अगला करैक्टर स्कैच ऑफ टॉम का भी आपां देखते हैं। सो अगला देखो करते हैं आपां ड्रॉ करैक्टर स्कैच ऑफ टॉम। देखो जो जॉर्ज का भरा है टॉम उसका करैक्टर स्कैच भी आप देखते हैं इस वीडियो के विच। दो क्वेश्चन अपने जोड़े हो जाएंगे। शुरू करते हैं। टॉम इज़ द यंगर ब्रदर ऑफ जॉर्ज इन द स्टोरी द आंट एंड द ग्रासहोपर। इस स्टोरी के विच जो टॉम है वो यंगर ब्रदर है जॉर्ज का छोटा भरा है। ही इज़ 1 ईयर यंगर दैन हिज ब्रदर जॉर्ज, 1 साल छोटा है अपने भरा जॉर्ज तो। टॉम इज़ लाइक द ग्रासहोपर, कहना जिदा कि ग्रासहोपर टिड्डा है। हू डज नथिंग बट पासिस द टाइम इन सिंगिंग। कहना एक ग्रासहोपर की तरह जो टॉम है वह भी की करता है, कोई भी काम नहीं करता, डज नथिंग कुछ नहीं करता, बट पासिस द टाइम इन सिंगिंग, गाँदे हुए कहना अपना टाइम है जो पास करी जाता है। ही डज नॉट लाइक टू वर्क एट ऑल, कहता वो काम करने ज़्यादा पसंद नहीं करता टॉम है जोड़ा। अगे तुसीं आ लाइन जिहड़ी ये अपना ब्रैकेट च लाई हुई है ये तुसीं छड्ड सकदे हो। ही जस्ट वांट्स टू इंजॉय लाइफ इन द प्रेजेंट, वो सिर्फ की चाहुंदा है कहंदा प्रेजेंट दे विच जिहड़ी लाइफ है बस उसनूं इंजॉय करना चाहुंदा है वो टॉम। इनिशियली ही स्टार्टड हिज लाइफ वैल, पहला तो इनिशियली स्टार्टिंग दे विच पहला तो कहंदे उसने जिहड़ी अपनी लाइफ है वधिया स्टार्ट कीती सी, वैल वधिया स्टार्ट कीती सी। ही गोज़ इन टू बिजनस, उसने बिजनस भी स्टार्ट किया सीगा, बिजनस सी उसका एक टॉम का। मैरिज एंड हैज़ 2 चिल्ड्रन, ब्याह भी किया सीगा अते 2 उसके बच्चे भी सी। बट वन डे ही सडनली सेज दैट ही डजंट लाइक वर्किंग, पर एक दिन अचानक वो की कहता टॉम कहता उसनूं काम करना बिल्कुल पसंद नहीं हैगा। सो ही लीव्स हिज वाइफ एंड हिज ऑफिस, इस तरह कहते उसने अपना काम भी छड्डता अते अपनी वाइफ है जिहड़ी उसनूं भी छड्ड दिता। अगली लाइन भी तुसीं कढ सकदे हो, अगली लाइन तुसीं करनी हो तो कर सकदे हो, नहीं तुसीं कढ भी सकदे हो, कोई प्रॉब्लम नहीं। वैन हिज मनी इज़ स्पेंट, जदों कहंदे उसका पैसा खर्चा गया टॉम का सारा पैसा, जदों ऑफिस ऑफिस बेच के जिहड़ा पैसा सीगा सारा वो खर्च हो गया। ही बोरोज फ्रॉम हिज फ्रेंड्स, तो उसने अपने दोस्तों तो उधार लेना शुरू करता। ये भी अगे कढ दिओ। ही डज नॉट बिलीव इन सेविंग मनी, मतलब पैसा सेव करने दे विच वो बिल्कुल विश्वास नहीं करता टॉम। ही जस्ट वॉन्ट्स टू हैव फन, वो सिर्फ फन चाहता है जिंदगी दे विच, बस मौज मस्ती। ही ब्लैकमेल्स हिज ब्रदर जॉर्ज एंड टेक्स मनी फ्रॉम हिम, अपने भरा नूं ब्लैकमेल करके, ब्लैकमेल कहने का मतलब कि इमोशनल कह लो बेशक, उस तो पैसे जिहड़े वो लई जांदा अपने भरा तो जॉर्ज तो। वंस ही स्टार्ट्स वर्किंग एज अ टैक्सी ड्राइवर, एक बार की है उसने टैक्सी ड्राइवर के तौर पर टैक्सी चलानी शुरू कर दी। बिकॉज ही नोज दैट हिज ब्रदर जॉर्ज कांट सी हिम एज अ टैक्सी ड्राइवर, क्योंकि उसनूं पता है कि उसका जिहड़ा भरा है जॉर्ज है वो उसनूं टैक्सी ड्राइवर के तौर पर बिल्कुल नहीं देख सकता। एंड वुड गिव हिम मनी, तो उसनूं पैसे दे देगा। मतलब ये उसकी एक चाल सी, टैक्सी चलाउण लग गया, उन्होंने पता सी मेरा बड़ा भरा ये चीज़ बर्दाश्त नहीं करेगा तो पैसे दे देगा। टॉम वंस
tells his brother George that he borrowed money from a man named Cronshaw, and now the man will go to court and send him to jail। ਇੱਕ ਵਾਰ ਕੀ ਕਹਿੰਦਾ ਹੈ ਜਿਹੜਾ ਟੌਮ ਹੈ ਉਸਨੇ ਆਪਣੇ ਭਰਾ ਨੂੰ ਦੱਸਿਆ ਜॉर्ज ਨੂੰ that he borrowed money from a man named Cronshaw ਕਿ ਉਸਨੇ ਇੱਕ Cronshaw ਨਾਂ ਦੇ ਵਿਅਕਤੀ ਤੋਂ ਜਿਹੜੇ ਪੈਸੇ ਨੇ ਉਧਾਰ ਲਏ ਨੇ and now the man will go to ਕੋਰਟ ਅਤੇ ਹੁਣ ਕਹਿੰਦਾ ਜਿਹੜਾ ਉਹ ਆਦਮੀ ਹੈ ਮੈਂ ਉਸਦੇ ਪੈਸੇ ਵਾਪਸ ਨਹੀਂ ਕੀਤੇ ਉਹ ਕੋਰਟ ਦੇ ਵਿੱਚ ਜਾਵੇਗਾ ਐਂਡ ਸੈਂਡ ਹਿਮ ਟੂ ਜੇਲ੍ਹ ਅਤੇ ਉਸ ਨੂੰ ਜੇਲ੍ਹ ਦੇ ਵਿੱਚ ਭਜਾਵੇਗਾ। ਕਹਿੰਦਾ ਵੀ ਮੈਨੂੰ ਜੇਲ੍ਹ ਦੇ ਵਿੱਚ ਹੁਣ ਉਹ ਭਜਾਊਗਾ ਜਿਹੜਾ ਵਿਅਕਤੀ ਹੈ। ਜॉर्ज pays 500 pounds to Cronshaw to settle the matter। ਇਸ ਲਈ ਜਿਹੜਾ ਜॉर्ज ਹੈ ਉਹ 500 ਜਿਹੜੇ ਪਾਉਂਡ ਨੇ ਦੇ ਦਿੰਦਾ ਉਸ ਨੂੰ Cronshaw ਨੂੰ ਕਿ ਮੇਰੇ ਭਰਾ ਨੇ ਜਿੱਥੋਂ ਲਏ ਸੀ ਆ ਲੈ 500 ਰੁਪਈਆ ਤੇ ਇਸ ਤੇ ਕੇਸ ਨਾ ਕਰੀ ਇਸ ਨੂੰ ਕੋਰਟ ਦੇ ਵਿੱਚ ਨਾ ਲਿਜਾਈ। However, ਪਰ soon it is however soon it is discovered ਤਾਂ ਬਾਅਦ ਦੇ ਵਿੱਚ ਕੀ ਦੇਖਿਆ ਜਾਂਦਾ ਹੈ that Tom together with Cronshaw ਕਿ ਜਿਹੜਾ ਟੌਮ ਹੈ ਉਹ Cronshaw ਦੇ ਨਾਲ has gone for enjoyment ਕਿ ਉਹ ਪੈਸੇ ਲੈ ਕੇ Cronshaw ਦੇ ਨਾਲ enjoyment ਕਰਨ ਦੇ ਲਈ ਜਾਂਦਾ ਹੈ। ਕਹਿਣ ਦਾ ਮਤਲਬ ਇਹ ਸੀਗਾ ਤੇ ਬਾਅਦ ਦੇ ਵਿੱਚ ਉਹ ਕੀ ਦੇਖਦਾ ਜਦੋਂ 500 ਰੁਪਇਆ ਦੇ ਦਿੰਦਾ Cronshaw ਨੂੰ ਜॉर्ज soon it is discovered that Tom together with Cronshaw ਜਿਹੜਾ ਟੌਮ ਹੈ ਉਹ Cronshaw ਦੇ ਨਾਲ ਇਕੱਠੇ ਇੰਜੋਇਮੈਂਟ ਕਰਨ ਜਾਂਦੇ ਨੇ ਉਸ 500 ਪਾਉਂਡ ਦਾ ਮਤਲਬ ਕਿ ਉਸਨੇ ਝੂਠ ਬੋਲਿਆ ਸੀ ਟੌਮ ਨੇ ਕਿ Cronshaw ਨਾਂ ਦਾ ਵਿਅਕਤੀ ਮੇਰੇ ਤੇ ਕੇਸ ਕਰੇਗਾ। ਅਸਲ ਵਿੱਚ ਉਸਨੇ ਕੋਈ ਇਸ ਦੇ ਪੈਸੇ ਨਹੀਂ ਦੇਣੇ ਸੀ Cronshaw ਦੇ ਸਿਰਫ ਆਪਣੇ ਭਰਾ ਨੂੰ ਇਹ ਇਮੋਸ਼ਨਲ ਕਰਨ ਦੇ ਮਾਰਿਆਂ ਨੇ ਇਹ ਕਹਾਣੀ ਘੜ ਕੇ 500 ਲੈ ਲਿਆ ਤੇ ਬਾਅਦ ਦੇ ਵਿੱਚ ਦੋਨੋਂ ਜਣੇ ਹੀ ਇੰਜੋਇਮੈਂਟ ਕਰਨ ਦੇ ਲਈ ਚਲੇ ਗਏ। ਸੋ ਇਸ ਤਰ੍ਹਾਂ ਜॉर्ज ਨੂੰ ਬਹੁਤ ਬੁਰਾ ਲੱਗਦਾ ਹੈ ਦੇਖ ਕੇ। ਸੋ ਇਹ ਸੀਗਾ ਟੌਮ ਦਾ ਕਰੈਕਟਰ ਸਕੈਚ ਜੋ ਕਿ ਬਿਲਕੁਲ ਵਿਹਲਾ ਸੀ ਕੰਮ ਨਹੀਂ ਕਰਦਾ ਸੀਗਾ ਬਿਲਕੁਲ ਆਸਾਨ ਜਿਹਾ ਲਿਖਣ ਦੀ ਕੋਸ਼ਿਸ਼ ਕੀਤੀ। ਆਈ ਹੋਪ ਕਿ ਤੁਹਾਨੂੰ ਸਮਝ ਆਈ ਹੋਵੇਗੀ। ਸੋ ਜੇਕਰ ਤੁਹਾਨੂੰ ਦੋਨੋਂ ਹੀ ਕਰੈਕਟਰ ਵਧੀਆ ਲੱਗੇ ਨੇ ਆਸਾਨ ਲੱਗੇ ਨੇ ਆਸਾਨ ਲੈਂਗੁਏਜ ਦੇ ਵਿੱਚ ਤੁਹਾਨੂੰ ਲੱਗਦਾ ਕਿ ਹਾਂ ਸਮਝ ਆ ਗਈ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਹੀਂ ਭੁੱਲਣਾ ਔਰ ਜੇਕਰ ਵੀਡੀਓ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਬਿਲਕੁਲ ਨਾ ਭੁੱਲਿਓ। ਸੋ ਮਿਲਦੇ ਹਾਂ ਅਗਲੀ ਵੀਡੀਓ ਲੈ ਕੇ ਉਦੋਂ ਤੱਕ ਦਿਓ ਇਜਾਜ਼ਤ। ਥੈਂਕ ਯੂ ਸੋ ਮਚ।